होगा दुकान है जी डोगरा रेडीमेड। हाँ जी ਤੇ ਕੀ ਹੋਇਆ? होया है कि बस सानू फोन आया कि छड़े टकोए आए ने गला समान सारा उदा ही है गला टुटे दा ਕਿੰਨੇ ਕ ਪੈਸੇ ਸੀ? 90,000। ਸਰ ਕੱਲ ਰਾਤ ਨੂੰ ਆਪਾਂ ਗਏ ਆ ਸ਼ੋਪ ਬੰਦ ਕਰਕੇ ਤੇ ਸਵੇਰੇ ਜਿਸਲੇ ਮੈਨੂੰ 6:30 ਵਜੇ ਬ੍ਰਦਰ ਦੀ ਵਾਈਫ ਦਾ ਫੋਨ ਆਇਆ ਕਿ ਸਾਡੀ ਦੁਕਾਨ ਤੇ ਚੋਰੀ ਹੋ ਗਈ ਹੈ ਤੇ ਨਾਲ ਹੀ ਮੈਂ ਇੰਸਟੈਂਟ ਆਇਆ ਘਰ ਤੋਂ ਤੇ ਚੋਰੀ ਹੋ ਗਈ ਸਾਡੀ ਦੁਕਾਨ ਤੇ ਜੀ। ਤਾਲੇ ਟੁੱਟਦੇ ਸੀਗੇ ਤੇ ਸਮਾਨ ਸਾਰਾ ਖਿਲਰਿਆ ਪਿਆ ਸੀਗਾ ਤੇ ਨਾਲ ਹੀ ਮੈਂ ਐਸਐਚਓ ਆਫਿਸ ਆ ਕੇ ਕੰਪਲੇਂਟ ਕੀਤੀ ਹੈ ਤੋ ਆ ਕੇ ਵੈਰੀਫਿਕੇਸ਼ਨ ਕਰ ਰਹੇ ਨੇ। किस चीज की दुकान है की ਮਨਿਆਰੀ ਦੀ ਕੋਸਮੈਟਿਕ ਜਨਰਲ ਸਟੋਰ। कैश वाला कोई गया ਕੈਸ਼ 25-30 ਹਜ਼ਾਰ ਹੈਗਾ ਜੀ ਉਹ 'ਚ। ਅੱਗੇ ਵੀ ਕਦੀ ਇੱਥੇ ਲਾਗੇ ਛਾਗੇ ਕਿਤੇ ਚੋਰੀ ਲਾਗੇ ਛਾਗੇ ਸਾਡੇ ਲੁਥਰਾ ਜਿਊਲਰ ਹੈਗੇ ਆ, ਉਹਨਾਂ ਦੇ ਵੀ ਚੋਰੀ ਹੋਈ ਸੀਗੀ 2-3 ਵਾਰੀ ਉਹਨਾਂ ਦੀ ਚੋਰੀ ਹੋ ਚੁੱਕੀ ਹੈ ਸਾਡੀ ਦੁਕਾਨ ਦੇ ਸਾਹਮਣੇ ਲੁਥਰਾ ਜਿਊਲਰ ਹੈਗੇ ਤੇ ਕੋਈ ਸੀਸੀਟੀਵੀ ਫੁਟੇਜ ਆਈ ਇਸ ਚੀਜ਼ ਸੀਸੀ ਫੁਟੇਜ ਚੈੱਕ ਨਹੀਂ ਕੀਤੀ ਜੀ। ਦੀ ਤੇ ਕੋਈ ਸ਼ੱਕ ਵਗੈਰਾ ਕਿਸੇ ਦੇ ਕੋਈ ਸ਼ੱਕ ਤੇ ਫਿਲਹਾਲ ਕੋਈ ਨਹੀਂ ਸਰ, ਇਨਸਪੈਕਸ਼ਨ ਹੋ ਰਹੀ ਹੈ, ਇਹ ਪੂਰੀ ਕਾਰਵਾਈ ਦੇਖਾਂਗੇ। ਐਸਐਚਓ ਸਾਹਿਬ ਨੂੰ ਫੋਨ ਕਰਦਾ ਤੇ ਆਪਾਂ ਨੀਅਰ ਵਾਰਡ 'ਚ ਸਾਡੇ ਵਿਕਰਮ ਐਮਸੀ ਹੈਗੇ ਉਹਨਾਂ ਨੂੰ ਆਪਾਂ ਕਾਲ ਕਰਤੀ ਸੀਗੀ ਤੇ ਉਹ ਕਹਿੰਦੇ ਦੇਖ ਲੈਂਦੇ ਆ ਤੇ ਹੁਣ ਚੈਕਿੰਗ ਵਗੈਰਾ ਹੋ ਰਹੀ ਹੈ ਪੂਰੀ ਤੇ ਜਿਹੜਾ ਸਾਡਾ ਟੋਟਲ ਲੋਸ ਹੈ ਉਹ ਆਪਾਂ ਰੀਚੈਕ ਕਰ ਰਹੇ ਹਾਂ ਕਿੰਨੇ ਕੁ ਦਾ ਹੋ ਗਿਆ। ਦੁਕਾਨ ਅੰਦਰ ਜਾ ਕਹਿ ਰਹੇ ਨੇ ਕਿ ਅੰਦਰ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਤੇ ਹੁਣ ਆਪਾਂ ਦੁਕਾਨ ਦੇ ਅੰਦਰ ਜਾ ਕੇ ਪੂਰਾ ਚੈਕਿੰਗ ਕਰਾਂਗੇ ਕਿੰਨਾ ਕੁ ਲੋਸ ਸਾਡਾ ਹੋ ਚੁੱਕਿਆ ਸ਼ੋਪ ਦੇ ਵਿੱਚੋਂ, ਕਿੰਨੇ ਚੋਰੀ ਹੋ ਸਕੇ। ਸਾਡੇ ਮਹਿੰਗਾ ਸਮਾਨ ਸੀਗਾ ਕਾਫੀ, ਇਹਦਾ ਕੋਸਮੈਟਿਕ ਦਾ ਹੁੰਦਾ ਹੀ ਹੈ। ਤੇ ਸਾਨੂੰ ਫੋਨ ਆਇਆ 6 ਵਜੇ ਨਾਲ ਕਿ ਇੱਦਾਂ ਤੁਹਾਡੀ ਦੁਕਾਨ ਤੇ ਚੋਰੀ ਹੋ ਗਈ ਹੈ ਤੇ ਸ਼ਟਰ ਤੁਹਾਡੇ ਚੁਕੋਏ ਦੇ ਆ ਤੇ ਅਸੀਂ ਆ ਕੇ ਦੇਖਿਆ ਸਾਡੇ ਅੰਦਰ ਜੋ ਕੈਸ਼ ਪਿਆ ਸੀ ਉਹ ਕੈਸ਼ ਨੂੰ ਉਹ ਕੱਢ ਕੇ ਲੈ ਗਏ ਆ। ਬਾਕੀ ਕਿਸੇ ਸਮਾਨ ਨੂੰ ਨਹੀਂ ਉਹਨਾਂ ਛੇੜਿਆ, ਕੈਸ਼ ਜਿੰਨਾ ਹੈਗਾ ਸੀ ਉਹਨੂੰ ਕੱਢ ਕੇ ਲੈ ਕਿੰਨਾ ਗਏ। ਕੁ ਲਗਭਗ ਦੇ ਕੈਸ਼? ਸਰ ਲਗਭਗ ਹੋਏਗਾ 25-30 ਹਜ਼ਾਰ ਰੁਪਏ ਦੇ ਆਸ-ਪਾਸ ਉਧਰ ਪ੍ਰੋਪਰ ਪੂਰਾ ਸ਼ਹਿਰ ਖੌਫ 'ਚ ਹੈ ਜੀ। ਹਾਰਟ ਆਫ ਸਿਟੀ ਵਾਲਮੀਕੀ ਚੌਂਕ ਨੂੰ ਮੰਨਿਆ ਜਾਂਦਾ ਹੈ ਤੇ ਵਾਲਮੀਕੀ ਚੌਂਕ ਦੇ ਨੁੱਕਰ ਦੇ ਅੰਦਰ ਰਾਤੀ 9 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਪੀਸੀਆਰ ਦਾ ਪੱਕਾ ਪਹਿਰਾ। ਪੀਸੀਆਰ ਵਾਲੇ ਨਾਲ ਗੱਲ ਹੋਈ, ਸਾਡੀ ਪੁਲਿਸ ਵਾਲਿਆਂ ਨਾਲ ਗੱਲ ਹੁੰਦੀ ਹੈ, ਉਹ ਕਹਿੰਦੇ ਨੇ ਕਿ ਪੀਸੀਆਰ ਇੱਥੋਂ ਉਸਲੇ ਜਾਂਦਾ ਵਾ ਜਿਸਲੇ ਇੱਥੇ ਦੁੱਧ ਵਾਲੇ ਆ ਜਾਂਦੇ ਆ ਜਾਂ ਅਖਬਾਰ ਵਾਲੇ ਆ ਜਾਂਦੇ ਨੇ। ਦੈਨਿਕ ਭਾਸਕਰ ਅਖਬਾਰ ਵਾਲਿਆਂ ਦਾ ਉੱਥੇ 4:30 ਵਜੇ ਆ ਜਾਂਦੇ ਨੇ, ਉਸ ਤੋਂ ਬਾਅਦ ਪੀਸੀਆਰ ਵਾਲੇ ਜਾਂਦੇ ਨੇ। ਕੈਮਰੇ ਦੱਸੇ ਕਰਦੇ ਨੇ ਕਿ ਪੌਣੇ 5 ਵਜੇ ਉਹ ਆਏ ਨੇ, ਜੈਕ ਲਾਏ ਨੇ ਤੇ ਇਸ ਇਲਾਕੇ ਦੇ 4 ਸ਼ਟਰ ਤੋੜਤੇ ਨੇ ਪੂਰੇ ਸ਼ਹਿਰ ਦੇ ਜੀ ਔਰ ਬਾਕੀ ਸ਼ਹਿਰ 'ਚ ਵੀ ਤੋੜੇ ਨੇ। ਪੂਰੇ ਸ਼ਹਿਰ 'ਚ ਇਤਨੇ ਬੇਖੌਫ ਤਰੀਕੇ ਨਾਲ ਇਸ ਤਰੀਕੇ ਦਾ ਕੰਮ ਕਰਕੇ ਚਲੇ ਵੀ ਜਾਣਾ, ਇਹ ਕੁਐਸਚਨ ਮਾਰਕ ਕਿਹਦੇ ਤੇ ਲੱਗੇ ਕਰਦਾ ਸਾਨੂੰ ਇਹ ਸਮਝ ਨਹੀਂ ਆ ਰਹੀ। ਇਹ ਅਸੀਂ ਕੁਐਸਚਨ ਮਾਰਕ ਪੁਲਿਸ ਤੇ ਲਾਈਏ, ਸਿਵਲ ਪ੍ਰਸ਼ਾਸਨ ਤੇ ਲਾਈਏ ਕਿ ਜਾਂ ਅਸੀਂ ਪ੍ਰਸ਼ਾਸਨਿਕ ਪ੍ਰਸ਼ਾਸਨ ਤੇ ਲਾਈਏ ਕਿਹਦੇ ਤੇ? ਦੁਕਾਨਾਂ ਦੇ ਨਾਲ ਘਰ ਚੱਲਦੇ ਨੇ ਤੇ ਅਸੀਂ ਘਰ ਜਾ ਹੀ ਨਹੀਂ ਸਕਾਂਗੇ ਜੇ ਦੁਕਾਨਾਂ ਤੇ ਰਵਾਂਗੇ ਤੇ ਫਿਰ ਜਿੰਦੇ ਵੀ ਕਾਹਦੇ ਆ? ਘਰਾਂ ਦੇ ਵੀ ਪੈਣਗੇ ਸਾਡਾ ਜੇ ਜਾਨ ਮਾਲ ਹਾਨੀ ਸਭ ਕੁਝ ਤੇ ਜ਼ਿੰਮੇਵਾਰੀ ਕੋਈ ਨਹੀਂ ਤਾਂ ਅਸੀਂ ਕੀ ਕਰੀਏ? ਅਸੀਂ ਰਾਤੀ ਕਿਹਦੇ ਆਸਰੇ ਸੋਈਏ? ਸਾਡੀਆਂ ਜੇ ਦੁਕਾਨਾਂ ਹੀ ਸੁਰੱਖਿਅਤ ਨਹੀਂ ਅਸੀਂ ਵੀ ਕਿੱਦਾਂ ਸੁਰੱਖਿਅਤ ਆ? ਸਾਡਾ ਤੇ ਇਹ ਪ੍ਰਸ਼ਾਸਨ ਤੋਂ ਪ੍ਰਸ਼ਨ ਹੈ ਕਿ ਜੇ ਤੁਸੀਂ ਸਾਡੇ ਇਹਨਾਂ ਸਿਲਸਿਲਿਆਂ ਦਾ ਸੁਰੱਖਿਅਤ ਹੋਣ ਦਾ ਜ਼ਿੰਮਾ ਨਹੀਂ ਲੈ ਸਕਦੇ ਤੇ ਫਿਰ ਕੀ ਅਸੀਂ ਦੁਕਾਨਦਾਰ ਆਪਣੇ ਹੱਥ ਡਾਂਗਾਂ, ਸੋਟੇ, ਤਲਵਾਰਾਂ ਤੇ ਬੰਦੂਕਾਂ ਫੜ ਲਈਏ? ਅਸੀਂ ਆਪਣੀ ਦੁਕਾਨਾਂ ਦੀ ਰਾਖੀ ਰੱਖਣ ਵਾਸਤੇ ਕੁਝ ਤੇ ਕਰੀਏ। ਜੇ ਤੁਸੀਂ ਕੁਝ ਨਹੀਂ ਕਰਨਾ ਤੇ ਅਸੀਂ ਕੀ ਕਰਨਾ? ਅਸੀਂ ਕਿਹਦੇ ਕੋਲ ਜਾ ਕੇ ਰਹੀਏ? ਪਿਛਲੇ ਸਾਲ ਪਟਾਕੇ ਦੁਕਾਨ ਵਾਲਿਆਂ ਨੇ ਰੱਖ ਕੇ ਲਏ ਸੀ, ਤੁਸੀਂ ਉਹਨਾਂ ਦੇ ਖਿਲਾਫ FIR ਕਰਨ ਦੌੜ ਗਏ ਸੀਗੇ ਪੁਲਿਸ ਵਾਲੇ। ਉਹਨਾਂ ਨੇ ਕਿਹਾ ਸੀ ਕਿ ਦੁਕਾਨਦਾਰਾਂ ਦਾ ਕਸੂਰ ਹੈ, ਇਹਨਾਂ ਨੇ ਗੈਰ ਕਾਨੂੰਨੀ ਕੰਮ ਕੀਤਾ। ਮੈਂ ਹੁਣ ਪੁੱਛਣਾ ਚਾਹੁੰਦਾ ਪੁਲਿਸ ਨੂੰ ਕਿ ਅਸੀਂ ਪੁਲਿਸ ਦੇ ਖਿਲਾਫ FIR ਕਿਉਂ ਨਾ ਕਰਾਈਏ? ਹੁਣ ਕਿਹਦਾ ਕਸੂਰ ਹੈ? ਸ਼ਹਿਰ ਨੂੰ ਸੁਰੱਖਿਅਤ ਨਹੀਂ ਰੱਖਣਾ ਉਹਦੀ ਜ਼ਿੰਮੇਵਾਰੀ ਕਿਹਦੀ ਹੈ? ਹੁਣ ਜ਼ਿੰਮੇਵਾਰੀ ਗੈਰ ਜ਼ਿੰਮੇਵਾਰੀ ਦੀ ਕੁਤਾਹੀ ਕੀਤੀ ਹੈ, ਕਿਸ ਦੇ ਖਿਲਾਫ FIR ਕਰਵਾਈਏ? ਚੋਰੀਆਂ ਹੋਈਆਂ ਨੇ ਕੀ ਕੋਈ ਪੁਲਿਸ ਦਾ ਵੱਡਾ ਅਧਿਕਾਰੀ ਮੌਕੇ ਤੇ ਪੁੱਜਿਆ? ਕੋਈ ਮੌਕੇ ਤੇ ਨਹੀਂ ਪੁੱਜਾ ਜੀ, ਕੋਈ ਪੁਲਿਸ ਅਧਿਕਾਰੀ ਨਹੀਂ ਪੁੱਜਿਆ। ਉਹ PCR ਦੇ 2 ਬੰਦੇ ਆਏ ਨੇ, ਉਹ ਆ ਕੇ ਜਾਇਜ਼ ਕਰ ਗਏ ਨੇ। ਉਹ ਜਿੱਦਾਂ ਹੁੰਦਾ ਨਹੀਂ ਕਿ ਬਾਲ ਚੋਂ ਮੱਖੀ ਕੱਢਣੀ, ਆਪਣੀ ਫਾਰਮੈਲਿਟੀ ਪੂਰੀ ਕਰਨੀ, ਆਪਣੀ ਫਾਰਮੈਲਿਟੀ ਪੂਰੀ ਕਰਕੇ ਚਲੇ ਗਏ ਨੇ। ਔਰ ਇੱਥੇ ਅਸੀਂ ਵੀ ਗੁੱਸੇ 'ਚ ਆ ਕੇ ਪ੍ਰਦਰਸ਼ਨ ਕਰਾਂਗੇ, ਪ੍ਰਦਰਸ਼ਨ ਕਰਕੇ ਅਸੀਂ ਵੀ ਆਪਣੀ ਦੁਕਾਨਾਂ ਖੋਲ ਲਵਾਂਗੇ। ਪਰ ਨੈਤਿਕ ਜ਼ਿੰਮੇਵਾਰੀ ਕਿਸ ਦੀ ਹੈ ਜੀ? ਕੌਣ ਨੈਤਿਕ ਜ਼ਿੰਮੇਵਾਰੀ ਲਏਗਾ ਸਾਡੀ ਸਾਰਿਆਂ ਦੀ ਸੁਰੱਖਿਆ ਦੀ? ਫੋਰ ਦਾ ਪੀਪਲ, ਆਫ ਦਾ ਪੀਪਲ, ਫਰੋਮ ਦਾ ਪੀਪਲ ਡੈਮੋਕ੍ਰੇਸੀ 'ਚ ਮੰਨਿਆ ਜਾਂਦਾ ਕਿ ਸਰਕਾਰ ਹੁੰਦੀ ਹੈ। ਸਰਕਾਰ ਜਵਾਬ ਦੇ, ਸਾਨੂੰ ਜਵਾਬ ਦੇਵੇ ਇਸ ਗੱਲ ਦੀ। ਸਾਡੇ ਗੱਲੇ ਟੁੱਟੇ ਨੇ, ਸਾਡੇ ਸ਼ਟਰ ਟੁੱਟੇ ਨੇ ਔਰ ਪਠਾਨਕੋਟ ਦੀ ਜਨਤਾ ਦੇ ਦਿਲ ਟੁੱਟੇ ਨੇ।
ਟੋਟਲ ਕਿੰਨਾ ਕੁ ਨੁਕਸਾਨ ਹੋਇਆ 6ਵੇਂ ਦੁਕਾਨਾਂ ਦੇ ਇੱਥੇ ਚੋਰੀ? ਉਹ ਹਾਲੀ ਤੇ ਨੁਕਸਾਨ ਤਾਂ ਪਤਾ ਨਹੀਂ ਹਾਰਟ ਅਟੈਕਾਂ ਨਾਲ ਜਾਨਾਂ ਨਾ ਨਿਕਲ ਜਾਣੇ ਇਹ ਸਾਨੂੰ ਇਹ ਚਿੰਤਾ ਪੀਦੀ ਹੈ। ਅੰਦਰੋਂ ਕੈਸ਼ ਚਲੇ ਗਏ ਉਹਦੀ ਗੱਲ ਨਹੀਂ ਹੋਲੀ ਤੋਂ ਵੇਖਾਂਗੇ ਖੋਲਾਂਗੇ ਤੇ ਵੇਖਾਂਗੇ ਅੰਦਰੋਂ ਕਿੰਨੇ ਕਿੰਨੇ ਕੈਸ਼ ਚਲੇ ਗਏ ਆ। ਰਾਤ ਦੀ ਸੇਲਾਂ ਹੀ ਨਹੀਂ ਘਰ ਲੈ ਕੇ ਜਾਂਦੇ ਕਿ ਸਵੇਰੇ ਭੁਗਤਾਨ ਕਰਨੇ ਹੁੰਦੇ ਨੇ। ਅਸੀਂ ਫੇਰ ਰਾਤੀ ਘਰ ਲੈ ਕੇ ਜਾਵਾਂਗੇ ਸਵੇਰੇ ਘਰੋਂ ਲੈ ਕੇ ਆਵਾਂਗੇ। ਅਸੀਂ ਤੇ ਭੁਗਤਾਨ ਕਰਨੇ ਹੁੰਦੇ ਵਪਾਰੀਆਂ ਦੇ ਅਗਲੇ ਦਿਨ ਜੋ ਵਟਿਆ ਅਗਲੇ ਦਿਨ ਦੇਣਾ ਹੁੰਦਾ। ਰਾਤ ਦਾ ਵੱਟੇ ਦਾ ਉੱਥੇ ਰੱਖ ਕੇ ਸਵੇਰੇ ਆ ਕੇ ਉਹ ਲੈ ਗਏ ਉਹ ਆਪਣਾ ਭੁਗਤਾਨ ਕਰ ਗਏ। ਔਰ ਮੈਨੂੰ ਇਹ ਨਹੀਂ ਸਮਝ ਲੱਗਦੀ ਕਿ ਵੀ ਉਹਨਾਂ ਨੇ ਇਕੱਠਾ ਕਰਕੇ ਤੇ ਇਹ ਭੁਗਤਾਨ ਦੀ ਕਮਿਸ਼ਨਾਂ ਕਿੱਥੇ ਪਹੁੰਚਾਉਣੀਆਂ ਮੈਨੂੰ ਨਹੀਂ ਸਮਝ ਲੱਗਦੀ। ਇਹ ਕੁਐਸਚਨ ਮਾਰਕ ਹੈ ਪ੍ਰਸ਼ਾਸਨ ਦੇ ਉੱਪਰ। ਸ਼ਹਿਰ ਦੇ ਵਿੱਚ ਚੋਰੀਆਂ ਹੋਈਆਂ ਨੇ ਬੀਤੀ ਰਾਤ ਨੂੰ, ਕੀ ਕਹਿਣਾ ਚਾਹੋਗੇ? ਤੁਸੀਂ ਵੀ ਮੌਕੇ ਤੇ ਪੁੱਜੇ ਹੋ। ਇਹ ਪੁਲਿਸ ਪ੍ਰਸ਼ਾਸਨ ਦੇ ਉੱਤੇ ਬੜਾ ਵੱਡਾ ਪ੍ਰਸ਼ਨ ਚਿੰਨ੍ਹ ਹੈ। ਆਏ ਦਿਨ ਜਦੋਂ ਅਸੀਂ ਕਾਨੂੰਨ ਵਿਵਸਥਾ ਦੀ ਗੱਲ ਬਾਰ-ਬਾਰ ਕਰਦੇ ਹਾਂ ਕਿ ਪੰਜਾਬ ਦੇ ਅੰਦਰ ਕਾਨੂੰਨ ਵਿਵਸਥਾ ਚਰਮਰਾਈ ਹੈ ਤੇ ਉਸ ਵੇਲੇ ਬਹੁਤ ਸਾਰੇ ਸਰਕਾਰ ਦੇ ਨੁਮਾਇੰਦਿਆਂ ਨੂੰ ਚਿੜ ਮਚਦੀ ਹੈ। ਔਰ ਇਹ ਜਿੰਦਾ ਜਾਗਦਾ ਸਬੂਤ ਹੈ ਕਿ ਪਠਾਨਕੋਟ ਦੇ ਅੰਦਰ ਸਵੇਰੇ ਜਦੋਂ ਕਿ ਇਹ ਮਾਰਕੀਟ ਪੂਰੀ ਤਰ੍ਹਾਂ ਚਲਦੀ ਰਹਿੰਦੀ ਹੈ, ਰਾਤ 2 ਵਜੇ ਵੀ ਕੋਈ ਆਏਗਾ ਕੋਈ ਨਾ ਕੋਈ ਮਿਲ ਜਾਂਦਾ ਹੈ। ਔਰ ਪੁਲਿਸ ਪ੍ਰਸ਼ਾਸਨ ਇਹ ਕਹਿੰਦਾ ਹੈ ਕਿ ਸਾਡੀ PCR ਜਿਹੜੀ ਹੈ ਪੂਰੀ ਰਾਤ ਜਿਹੜੀ ਹੈ ਘੁੰਮਦੀ ਰਹਿੰਦੀ ਹੈ। ਇਹ ਜਿਸ ਤਰੀਕੇ ਨਾਲ 4-5 ਦੁਕਾਨਾਂ ਦੇ ਸ਼ਟਰ ਤੋੜੇ ਗਏ ਨੇ, ਉੱਥੋਂ ਦਾ ਪੈਸਾ ਜਿਹੜਾ ਗੱਲੇ 'ਚੋਂ ਕੱਢਿਆ ਗਿਆ ਹੈ, ਇਹ 6 ਦੁਕਾਨਾਂ ਨੇ ਔਰ ਇਹਦੀ ਦੂਰੀ ਥਾਣੇ ਤੋਂ 100 ਮੀਟਰ ਦੀ ਹੈ। ਇਹ ਤੋਂ ਹੀ ਪਤਾ ਲੱਗਦਾ ਹੈ ਕਿ ਪਠਾਨਕੋਟ ਦੇ ਅੰਦਰ ਇਸ ਸਰਕਾਰ ਦੇ ਹੁੰਦੇ ਹੋਏ ਲੋਕ ਕਿੰਨੇ ਕੁ ਸੁਰੱਖਿਅਤ ਨੇ, ਉਹਨਾਂ ਦਾ ਮਾਲ ਕਿੰਨਾ ਕੁ ਸੁਰੱਖਿਅਤ ਹੈ। ਇਹ ਜਿੰਦਾ ਜਾਗਦਾ ਸਬੂਤ ਹੈ। ਔਰ ਮੈਨੂੰ ਲੱਗਦਾ ਹੈ ਕਿ ਪ੍ਰਸ਼ਾਸਨ ਨੂੰ ਕੁੰਭਕਰਨੀ ਨੀਂਦ ਜਾਗਣਾ ਚਾਹੀਦਾ। ਪੁਲਿਸ ਨੂੰ ਜੇਕਰ ਕੋਈ ਆਦਮੀ ਕੋਈ ਗਲਤ ਕੰਮ ਹੁੰਦਾ ਹੈ ਤੇ ਉਹਦੀ ਜ਼ਿੰਮੇਵਾਰੀ ਤੈਅ ਹੁੰਦੀ ਹੈ। ਪੁਲਿਸ ਦੇ ਕਿੰਨਾ ਲੋਕਾਂ ਦੀ ਇੱਥੇ ਡਿਊਟੀ ਸੀ ਔਰ ਉਹਨਾਂ ਨੇ ਆਪਣੀ ਡਿਊਟੀ ਕਿਉਂ ਨਹੀਂ ਨਿਭਾਈ ਔਰ ਇੱਦਾਂ ਦੀਆਂ ਘਟਨਾ ਮੁੜ ਕੇ ਨਾ ਹੋਣ। ਔਰ ਇਹ ਕੁੰਭਕਰਨੀ ਨੀਂਦ ਸੁੱਤੇ ਹੋਏ SSP ਸਾਹਿਬ, ਉਹਨਾਂ ਦੀ ਪੂਰੀ ਟੀਮ ਜਿਹੜੀ ਹੈ ਉਹ ਜਾਗੇ ਔਰ ਇਹਨਾਂ ਲੋਕਾਂ ਨੂੰ ਇਨਸਾਫ ਵੀ ਮਿਲੇ। ਔਰ ਮੈਂ ਜੋ ਦ੍ਰਿਸ਼ ਦੇਖਿਆ ਮੈਨੂੰ ਲੱਗਦਾ ਕਿ ਕੋਈ ਇੱਕ ਅੱਧੇ ਆਦਮੀ ਦਾ ਕੰਮ ਨਹੀਂ ਹੈ। ਇਹ ਸ਼ਟਰ ਤੋੜਦੇ ਹੋਏ 15-20 ਮਿੰਟ ਲੱਗੇ ਹੋਣਗੇ। ਔਰ ਜੇ ਕਿੰਨੇ ਵਜੇ ਦੀ ਘਟਨਾ ਹੈ ਤੇ ਮੈਂ ਐਕਚੁਅਲ ਨਹੀਂ ਕਹਿ ਸਕਦਾ, ਲੇਕਿਨ ਜੇ 6 ਦੁਕਾਨਾਂ ਟੁੱਟੀਆਂ ਤੇ ਇਹਦਾ ਮਤਲਬ ਕਿ ਉਹਨਾਂ ਦੀ ਸੰਖਿਆ ਬੜੀ ਵੱਡੀ ਹੈ। ਇਸ ਪ੍ਰਕਾਰ ਗੁੰਡਾਗਰਦੀ ਔਰ ਇਸ ਪ੍ਰਕਾਰ ਚੋਰ ਔਰ ਠੱਗੀ ਕਰਨ ਵਾਲੇ, ਸੰਨ ਲਾਉਣ ਵਾਲੇ ਲੋਕ ਦੰਦਨ ਆ ਰਹੇ ਨੇ। ਇਹਦੇ ਤੋਂ ਹੀ ਪਤਾ ਚੱਲਦਾ ਹੈ ਕਿ ਪੰਜਾਬ ਦੇ ਅੰਦਰ ਔਰ ਪਠਾਨਕੋਟ ਦੇ ਅੰਦਰ ਕਾਨੂੰਨ ਦਾ ਨਹੀਂ, ਗੁੰਡਾ ਤੱਤਵਾਂ ਦਾ ਰਾਜ ਹੈ। ਨਮਸਕਾਰ ਜੀ। ਜਿਸ ਤਰ੍ਹਾਂ ਤੁਹਾਨੂੰ ਪਤਾ ਹੈ, ਅੱਜ ਸਵੇਰੇ 4:45 ਵਜੇ ਦੇ ਕਰੀਬ ਤੇ 4:45 ਤੋਂ ਲੈ ਕੇ 5:15 ਵਜੇ ਦੇ ਕਰੀਬ ਅੱਧੇ ਘੰਟੇ ਵਿੱਚ ਸਾਡੇ ਜਿਹੜਾ ਮੇਨ ਬਾਜ਼ਾਰ ਹੈ ਉਹਦੇ ਵਿੱਚ 10 ਸ਼ਾਪਸ ਤੇ ਸ਼ਟਰ ਨੂੰ ਤੋੜ ਕੇ ਕੁਝ ਗੈਂਗਸ ਅੰਦਰ ਗਏ ਤੇ ਉਹਨਾਂ ਦੇ ਜੋ ਪੈਸੇ ਪੇ ਦੇ ਸੀ ਉਹ ਲੈ ਕੇ ਚਲੇ ਗਏ। ਮੈਂ ਸਾਰੇ ਹੀ ਦੁਕਾਨਦਾਰਾਂ ਨਾਲ ਆਪੇ ਗੱਲ ਕੀਤੀ ਹੈ, ਸਮਝਣਾ ਚਾਹੁੰਦਾ ਸੀ ਕਿ ਕਿਹੜਾ ਦਾ ਕੀ ਨੁਕਸਾਨ ਹੋਇਆ ਤੇ ਕੀ ਕਾਰਨ ਹੈ, ਕੈਮਰਾਸ ਲੱਗੇ ਦੇ ਨਹੀਂ ਲੱਗੇ ਦੇ। ਮੈਂ SSP ਸਾਹਿਬ ਨਾਲ ਵੀ ਗੱਲ ਕੀਤੀ ਹੈ, SP ਸਾਹਿਬ ਨਾਲ ਵੀ, ਸਾਰੇ DSP ਸਾਹਿਬ, SHO ਸਾਹਿਬ ਨਾਲ ਗੱਲ ਕੀਤੀ ਹੈ। ਮੈਂ ਤੁਹਾਨੂੰ ਸਾਰੇ ਵਪਾਰੀ ਭਰਾਵਾਂ ਨੂੰ ਇੱਕ ਚੀਜ਼ ਦੀ ਜ਼ਿੰਮੇਵਾਰੀ ਨਾਲ ਕਹਿਣਾ ਚਾਹੁੰਦਾ ਕਿ ਇਹ ਜੋ ਚੀਜ਼ ਹੋਈ ਹੈ ਇਸ ਤੋਂ ਅਸੀਂ ਸਿੱਖ ਕੇ ਅਸੀਂ ਉਹ ਕੰਮ ਕਰਨਾ ਤਾਂ ਕਿ ਅੱਗੋਂ ਤੋਂ ਇਹ ਚੀਜ਼ ਨਾ ਹੋਏ। ਅਨਫੋਰਚੂਨੇਟ ਇਨਸੀਡੈਂਟਸ ਹੋਇਆ, ਮਗਰ ਫੋਰਚੂਨੇਟਲੀ ਸਾਡਾ ਨੁਕਸਾਨ ਵਪਾਰੀ ਭਰਾਵਾਂ ਦਾ ਜ਼ਿਆਦਾ ਨਹੀਂ ਹੋ ਪਾਇਆ। ਕਿਸੇ ਦਾ 10,000 20,000, ਕਿਸੇ ਦੇ 30,000। ਮੈਂ ਸਾਰਿਆਂ ਨਾਲ ਗੱਲ ਕੀਤੀ ਹੈ। ਬਸ ਇੱਕੋ ਸ਼ਾਪ 'ਚ 1.5 ਲੱਖ ਦੇ ਕਰੀਬ ਦਾ ਨੁਕਸਾਨ ਹੋਇਆ, ਜਿਹਦੇ ਵਿੱਚ 35,000 ਦਾ ਕੈਸ਼ ਤੇ 1 ਲੱਖ ਦਾ ਉਹਨਾਂ ਦਾ ਸਮਾਨ ਲੈ ਕੇ ਗਏ ਨੇ। ਅਸੀਂ ਇਹ ਸਾਰਾ ਰਿਕਵਰ ਕਰਾਂਗੇ। ਇੰਪੋਰਟੈਂਟ ਇਹ ਹੈ ਕਿ ਇਹ ਸਾਨੂੰ ਸਮਝਣਾ ਪਏਗਾ ਇਹ ਕਿਉਂ ਹੋਇਆ। ਇਹ ਜਿਹੜੀ ਚੋਰੀ ਹੋਈ ਹੈ ਜੀ, ਇਹ 4:45 ਵਜੇ ਹੋਈ ਹੈ ਤੇ ਤੋਂ ਲੈ ਕੇ 5:15 ਵਜੇ ਤੱਕ, ਉਸ ਟਾਈਮ ਤੱਕ ਜੋ ਮੇਰੀ DSP ਸਾਹਿਬ ਤੇ SSP ਸਾਹਿਬ, SP ਸਾਹਿਬ ਨਾਲ ਗੱਲ ਹੋਈ ਹੈ, ਇਸ ਟਾਈਮ ਤੇ ਸਾਡੀ ਰਾਤ ਦੀ ਸਰਵੇਲੈਂਸ ਜਿਹੜੀ ਪੁਲਿਸ ਦੀ ਉਹ ਬੜੀ ਪੱਕੀ ਹੈ। ਅਸੀਂ ਘੁੰਮਦੇ ਰਹਿੰਦੇ ਹਾਂ, ਪੂਰੀ ਪੁਲਿਸ ਫੋਰਸ ਘੁੰਮਦੀ ਰਹਿੰਦੀ ਹੈ ਸ਼ਹਿਰ ਵਿੱਚ। ਤੇ ਜਿਹੜੀ ਦੁਕਾਨਦਾਰਾਂ ਨੇ ਚੌਕੀਦਾਰ ਵੀ ਰੱਖੇ ਦੇ ਨੇ, ਉਹ ਵੀ ਸਾਰੀ ਰਾਤ ਘੁੰਮਦੇ ਰਹਿੰਦੇ ਨੇ। ਇਹ ਜਿਨ੍ਹਾਂ ਨੇ ਵੀ ਕੰਮ ਕੀਤਾ ਉਹਨਾਂ ਨੂੰ ਪਤਾ ਹੈ ਕਿ ਇਹ ਜਿਹੜਾ ਸਵੇਰ ਦਾ ਟਾਈਮ ਹੈ, ਇਸ ਟਾਈਮ ਲੋਕੀ ਢਿੱਲੇ ਪੈ ਜਾਂਦੇ ਨੇ, ਇਹ ਸੋਚ ਕੇ ਕਿ ਰੋਸ਼ਨੀ ਹੋਣ ਵਾਲੀ ਹੈ, ਲੋਕ ਬਾਹਰ ਨਿਕਲ ਆਏ ਨੇ ਤੇ ਲੋਕੀ ਕੇਅਰਲੈਸ ਹੋ ਜਾਂਦੇ ਨੇ। ਅਸੀਂ ਜਿਹੜਾ ਸਭ ਤੋਂ ਪਹਿਲਾਂ ਐਕਸ਼ਨ ਲੈ ਰਹੇ ਹਾਂ, ਪਹਿਲਾਂ ਤੇ ਇਹ 7-8 ਗੈਂਗਸ ਬਣਾਏ ਨੇ SSP ਸਾਹਿਬ ਨੇ ਤੇ ਇਹਨੂੰ ਬਸਟ ਕਰਨ ਲੱਗੇ, ਇਹਨਾਂ ਨੂੰ ਫੜਨ ਲੱਗੇ, ਉਹਨਾਂ ਦੇ
ਪੁਲਿਸ ਦੇ ਆਪਣੇ ਤਰੀਕੇ ਨੇ ਕਿ ਕਿਸ ਤਰੀਕੇ ਨਾਲ ਸਾਰੇ ਸਾਡੇ ਕੈਮਰਾਸ ਸ਼ਹਿਰ ਵਿੱਚ ਲੱਗੇ ਦੇ ਨੇ, ਇੱਕ ਇੱਕ ਚੀਜ਼ ਦੀ ਮੋਨੀਟਰਿੰਗ ਹੋ ਰਹੀ ਹੈ, ਪੁੱਛਤਾਛ ਹੋ ਰਹੀ ਹੈ। ਜੇਲ੍ਹ ਵਿੱਚ ਜਿਹੜੇ ਆਲਰੇਡੀ ਅਸੀਂ ਪਿਛਲੇ ਵੀ ਗੈਂਗਸ ਬਸਟ ਕੀਤੇ ਸੀ ਉਹਨਾਂ ਤੋਂ ਵੀ ਪੁੱਛਤਾਛ ਪੁਲਿਸ ਕਰ ਰਹੀ ਹੈ। ਤੇ ਸੈਕਿੰਡ ਜਿਹੜਾ ਅਸੀਂ ਹੁਣ ਅੱਗੇ ਜਿਹੜੀ ਪ੍ਰੀਕਾਸ਼ਨ ਲੈਣੀ ਹੈ ਉਹਦੇ ਵਿੱਚ ਮੈਂ ਐਸਐਸਪੀ ਸਾਹਿਬ ਤੇ ਡੀਐਸਪੀ ਸਾਹਿਬ ਨੂੰ ਰਿਕੁਐਸਟ ਕੀਤਾ ਹੈ ਕਿ ਜਿਹੜੀ ਹੁਣ ਸਰਵੇਲੈਂਸ ਪ੍ਰੋਪਰ ਹੈ ਉਹ ਸ਼ਹਿਰ ਦੀ ਸਵੇਰੇ 6 ਵਜੇ ਤੱਕ ਕੀਤੀ ਜਾਏ, 4 ਵਜੇ ਤੱਕ ਤਾਂ ਕੀਤੀ ਜਾਏ। ਤੇ ਨਾਲ ਜਿਹੜੇ ਦੁਕਾਨਦਾਰਾਂ ਨੇ ਜਾਂ ਬਾਕੀ ਅਸੀਂ ਕਾਲਨੀ 'ਚ ਚੌਕੀਦਾਰ ਰੱਖੇ ਦੇ ਨੇ ਉਹਨਾਂ ਦੀ ਤੇ ਪੀਸੀਆਰ ਦੀ ਅਸੀਂ ਆਪਣੀ ਕੋਆਰਡੀਨੇਸ਼ਨ ਹੋਰ ਕਰਵਾਉਣ ਲੱਗੇ ਹਾਂ ਤਾਂ ਕਿ ਸਵੇਰੇ 6 ਵਜੇ ਤੱਕ ਚੌਕੀਦਾਰ ਵੀ ਤੇ ਪੁਲਿਸ ਵੀ ਪ੍ਰੋਪਰ ਉਹਨੂੰ ਸਰਵੇਲੈਂਸ ਕਰੇ। ਦੂਸਰੀ ਚੀਜ਼ ਜਿਹੜੀ ਮੈਂ ਦੁਕਾਨਦਾਰਾਂ ਨੂੰ ਕਹਿਣਾ ਚਾਹੁੰਦਾ, ਇੱਕ ਰਿਕੁਐਸਟ ਹੋਰ ਕਰਨਾ ਚਾਹੁੰਦਾ ਕਿ ਸਾਰਿਆਂ ਨੇ ਕੈਮਰਾਸ ਲਗਵਾਏ ਦੇ ਨੇ ਤੇ ਕਾਫੀ ਜਗ੍ਹਾ ਜਦੋਂ ਅਸੀਂ ਹੁਣ ਪਤਾ ਕਰ ਰਹੇ ਹਾਂ, ਪੁੱਛਤਾਛ ਕਰ ਰਹੇ ਹਾਂ ਤੇ ਰਾਤੀ ਗਲਤੀ ਨਾਲ ਜਾਂ ਕੈਮਰਾਸ ਬੰਦ ਕਰਕੇ ਚਲੇ ਜਾਂਦੇ ਨੇ। ਮੈਂ ਉਹਨਾਂ ਨੂੰ ਰਿਕੁਐਸਟ ਕਰਾਂਗਾ ਕਿ ਆਪਣੇ ਕੈਮਰਾਸ ਨਾ ਬੰਦ ਕਰਨ। ਇਹਦੀ ਜਿਹੜੀ ਮੋਨੀਟਰਿੰਗ ਹੈ ਰਾਤ ਦੀ ਬਹੁਤ ਜ਼ਿਆਦਾ ਜ਼ਰੂਰੀ ਹੈ। ਥਰਡਲੀ, ਕਈ ਜਗ੍ਹਾ ਲਾਈਟਸ ਨਹੀਂ ਹੈਗੀਆਂ। ਮੈਂ ਆਪਣਾ ਕਮਿਸ਼ਨਰ ਸਾਹਿਬ ਨੂੰ ਕਿਹਾ, ਡੀਐਸਪੀ ਸਾਹਿਬ ਨੂੰ ਕਿਹਾ ਕਿ ਜਿੱਥੇ ਵੀ ਸਾਡੀ ਮਾਰਕੀਟਸ ਹੈ ਜਿੱਥੇ ਹਨੇਰਾ ਹੁੰਦਾ ਹੈ ਉੱਥੇ ਅਸੀਂ ਆਪਣੇ ਕਾਰਪੋਰੇਸ਼ਨ ਵੱਲੋਂ ਕਿਤੇ ਲਾਈਟਸ ਰਹਿ ਗਈ ਦੀਆਂ ਉਹ ਲਾਈਟਸ 24 ਘੰਟੇ ਜਗਦੀਆਂ ਰਹਿਣ, ਮਤਲਬ ਰਾਤੀ ਜਗਦੀਆਂ ਰਹਿਣ। ਮੈਂ ਸਾਰੇ ਲੋਕਾਂ ਨੂੰ ਇਹੀ ਕਹਿਣਾ ਚਾਹੁੰਦਾ, ਵਪਾਰੀਆਂ ਨੂੰ, ਕਿ ਅਸੀਂ ਬੜੇ ਵਿਜਿਲ ਹਾਂ ਔਰ ਸ਼ਹਿਰ ਨੂੰ ਹੋਰ ਸਿਕਿਉਰ ਕਰਨਾ। ਤੁਸੀਂ ਦੇਖਿਆ ਹੋਏਗਾ ਅਸੀਂ ਆਟੋ ਰਿਕਸ਼ਾਸ ਦਾ ਵੀ ਡਿਸੀਜਨ ਲਿਆ ਸੀ ਕਿਉਂਕਿ ਕਾਫੀ ਬਿਨਾਂ ਪਰਮਿਟ ਤੋਂ ਆਟੋ ਰਿਕਸ਼ਾ ਬਾਹਰ ਦੇ ਸਟੇਟਾਂ 'ਚੋਂ ਆ ਕੇ ਸਾਡੇ ਚਲਾ ਰਹੇ ਸੀ ਤੇ ਜਦੋਂ ਦਾ ਅਸੀਂ ਆਟੋ ਰਿਕਸ਼ਾਸ ਦਾ ਡਿਸੀਜਨ ਲਿਆ ਉਸ ਤੋਂ ਬਾਅਦ ਵੀ ਸਾਡੇ ਸ਼ਹਿਰ ਵਿੱਚ ਕ੍ਰਾਈਮ ਬਹੁਤ ਜ਼ਿਆਦਾ ਘਟਿਆ। ਉਸ ਤੋਂ ਬਾਅਦ ਜਿਹੜਾ ਨੈਕਸਟ ਸਟੈਪ ਮੈਂ ਸੀਐਮ ਸਾਹਿਬ ਦੀ ਮਦਦ ਲੈ ਕੇ, ਜਾਖੜ ਸਾਹਿਬ ਦੀ ਮਦਦ ਲੈ ਕੇ ਅਸੀਂ ਕੀਤਾ ਹੈ, ਉਹ ਅਸੀਂ ਆਪਣੇ ਸ਼ਹਿਰ ਦੀ ਜਿਹੜੀ ਮੇਨ ਰੋਡਸ ਆ ਉੱਥੇ ਸਾਰੇ ਕੈਮਰਾਸ ਲਗਾਉਣ ਲੱਗੇ ਆ। ਉਹਦੀ ਆਲਰੇਡੀ ਵਰਕਿੰਗ ਹੋ ਚੁੱਕੀ ਦੀ ਹੈ, ਉਹਦਾ ਇੱਕ ਡਲਹੌਜ਼ੀ ਰੋਡ ਦਾ ਸਾਡਾ ਟੈਂਡਰ ਵੀ ਹੋ ਚੁੱਕੇ ਦਾ ਹੈ ਤੇ ਇਹ ਜਿੰਨੇ ਵੀ ਕੈਮਰਾਸ ਲੱਗਣਗੇ ਔਰ ਐਡੀਸ਼ਨਲ ਕੈਮਰਾਸ ਲੱਗਣਗੇ ਉਹ ਸਾਡੇ ਕੰਟਰੋਲ ਰੂਮ 'ਚ ਜਿਹੜਾ ਐਸਐਸਪੀ ਸਾਹਿਬ ਦਾ ਕੰਟਰੋਲ ਰੂਮ ਹੈ ਉਹਦੇ ਵਿੱਚ ਕਨੈਕਟਡ ਹੋਣਗੇ। ਉਹਦੇ ਵਿੱਚ 24 ਘੰਟੇ ਜਿਹੜੇ ਆਲਰੇਡੀ ਸਾਡੀ ਮੋਨੀਟਰਿੰਗ ਹੋ ਰਹੀ ਹੈ ਐਕਸਪਰਟ ਆਫੀਸਰਸ ਦੇ ਥਰੂ ਤੇ ਸਾਰੇ ਸ਼ਹਿਰ ਦੀ ਮੋਨੀਟਰਿੰਗ ਹੋਏਗੀ। ਤੇ ਮੈਂ ਸਾਰੇ ਸ਼ਹਿਰ ਵਾਲਿਆਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਅਸੀਂ ਵਿਜਿਲ ਹਾਂ, ਇਹਦੇ ਉੱਪਰ ਅਸੀਂ ਕੰਮ ਕਰ ਰਹੇ ਹਾਂ। ਇਹ ਜਿਹੜਾ ਇਨਸੀਡੈਂਟ ਸਵੇਰ ਦੇ ਟਾਈਮ ਹੋਇਆ ਔਰ ਕੇਅਰਲੈਸਨੈਸ ਨਾਲ ਹੋਇਆ ਕਿ ਸ਼ਾਮ ਸਵੇਰੇ ਕੁਝ ਹੋਏਗਾ ਨਹੀਂ, ਉਹਦਾ ਨਜਾਇਜ਼ ਫਾਇਦਾ ਉਠਾਇਆ ਉਹਨਾਂ ਨੇ। ਅਸੀਂ ਇਹ ਗਰੋਹ ਨੂੰ ਬਰਸਟ ਕਰਕੇ ਇੱਥੋਂ ਜਿਹੜੀ ਸਾਡੀ ਸਿੱਖ ਹੈ ਇਹਨੂੰ ਸਿੱਖ ਕੇ ਅੱਗੇ ਇਨਸ਼ੋਰ ਕਰਾਂਗੇ ਕਿ ਇਹੋ ਜਿਹੀ ਜਿਹੜੇ ਚੋਰੀਆਂ ਨਾ ਹੋਣ। ਜੈ ਹਿੰਦ।